किसानी अंदोलन ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਕਿਸਾਨਾਂ ਅਤੇ ਕੇਂਦਰ ਨੂੰ ਟੇਬਲ ਟਾਕ ਦੀ ਗੱਲ ਆਖੀ ਜਾ ਰਹੀ ਹੈ। ਇਸ ਦੀ ਪੂਰੀ ਸੱਚਾਈ ਕੀ ਹੈ, ਸਾਡੇ ਨਾਲ ਮੌਜੂਦ ਹਨ ਸੀਨੀਅਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹ ਸਾਡੇ ਦਰਸ਼ਕਾਂ ਨੂੰ ਪੂਰੀ ਜਾਣਕਾਰੀ ਦੇਣ ਵੀ ਇਸ ਦੀ ਕੀ ਗੱਲਬਾਤ ਹੈ। ਸਕਦਾ ਜੀ ਤੁਹਾਡਾ ਸਰ। ਥੈਂਕ ਯੂ ਸਰ। ਜੋ ਸੁਪਰੀਮ ਕੋਰਟ ਵੱਲੋਂ ਕੇਂਦਰ ਤੇ ਕਿਸਾਨਾਂ ਨੂੰ ਟੇਬਲ ਟਾਕ ਦੀ ਗੱਲ ਆਖੀ ਜਾ ਰਹੀ ਹੈ, ਕੋਈ ਦਬਾਅ ਵਾਲੀ ਗੱਲ ਨਹੀਂ ਲੱਗ ਰਹੀ ਇਸ ਵਿੱਚ ਤੁਹਾਨੂੰ? देखो बिल्कुल मैं ये जे पोलीटिकल मायने कढ़न की कोशिश करा तो तुसी देखा होना कि कल एक रिट लगी भी सी जिहदा किसानां दे मुद्दिआं दे नाल कोई संबंध नहीं सी। वो जिहड़ी रिट सी वो एक स्टूडेंट लॉ स्टूडेंट वालों फाइल करी गई सी और वो लॉ स्टूडेंट ने इस करके फाइल की सी कि दिल्ली दे विच जाण आउण वाले जिन्ने रस्ते हैगे हैं वो ऑलमोस्ट सारे बंद पे हैगे, लोगों को जिहड़ी हैगी बड़ी परेशानी आ रही है। पर ਉਹਦੇ ਤੇ ਚੱਕ ਕੇ ਸੁਪਰੀਮ ਕੋਰਟ ने ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਇੱਕ ਨੋਟਿਸ ਜਾਰੀ ਕਰਤਾ ਪੰਜਾਬ ਗਵਰਨਮੈਂਟ ਨੂੰ, ਹਰਿਆਣਾ ਗਵਰਨਮੈਂਟ ਨੂੰ ਔਰ ਨਾਲ ਦੀ ਨਾਲ ਹੀ ਸੈਂਟਰ ਗਵਰਨਮੈਂਟ ਨੂੰ, ਨਾਲ ਹੀ ਕੁਝ ਕਿਸਾਨ ਜਥੇਬੰਦੀਆਂ ਨੂੰ। ਔਰ ਉਹਦੇ ਵਿੱਚ ਉਹਨਾਂ ਨੇ ਜ਼ਬਾਨੀ ਤੌਰ ਤੇ ਜਿਹੜੀ ਹੈਗੀ ਆ ਕੁਝ ਝਾੜਾਂ ਵੀ ਪਾਈਆਂ ਜਿਹੜੀਆਂ ਹੈਗੀਆਂ ਸੈਂਟਰ ਗਵਰਨਮੈਂਟ ਨੂੰ, ਔਰ ਇਹ ਕਿਹਾ ਕਿ ਇਹਨਾਂ ਦੇ ਮਸਲਿਆਂ ਦਾ ਹੱਲ ਕੱਢਿਆ ਜਾਵੇ। पर मैं एक गल सोच रहा सी कि कोई हुण तक सुप्रीम कोर्ट ऑनरेबल सुप्रीम कोर्ट के मतलब सिर के उत्ते जिहड़ा हैगा एडा वड्डा अंदोलन होया वा और सारी जिहड़े हैगे वर्ल्ड लैवल ते रौला पिया वा। अज तक सुप्रीम कोर्ट के चीफ जस्टिस हैं जिहड़े उन्हां दा कोई इहदे ते व्यू नहीं आया, कोई उन्हां दा किसी किस्म की गल नहीं आई हैगी। पर हुण एकदम जिहड़ा हैगा एक स्टूडेंट की रिट दे विच आ जाना, ਇਹਦੇ ਤੇ ਕੁਐਸਚਨ ਤਾਂ ਬਹੁਤ ਖੜੇ ਹੁੰਦੇ ਹੈਗੇ ਆ। ਦੇਖੋ ਇਹਦੇ ਦੋ ਤਰ੍ਹਾਂ ਦੇ ਤਰੀਕੇ ਮਤਲਬ ਕੱਢੇ ਜਾ ਸਕਦੇ। ਨੰਬਰ 1 ਤਾਂ ਇਹ ਹੈਗਾ ਕਿ ਜਾਂ ਤਾਂ ਕਿਸਾਨਾਂ ਦੇ ਖਿਲਾਫ ਗਵਰਨਮੈਂਟ ਨੇ ਬਹੁਤ ਕੁਝ ਕਰਕੇ ਦੇਖ ਲਿਆ, ਉਹਨਾਂ ਨੂੰ ਅੱਤਵਾਦੀ ਵੀ ਕਿਹਾ, ਨਕਸਲੀ ਵੀ ਕਿਹਾ, ਉਹਨਾਂ ਨੇ ਉਹਨਾਂ ਨੂੰ ਟੁਕੜੇ ਟੁਕੜੇ ਗੈਂਗ ਵੀ ਕਿਹਾ, ਗੁਪਕਾਰ ਗੈਂਗ ਵੀ ਕਿਹਾ, ਮਾਓਵਾਦੀ ਵੀ ਕਿਹਾ, ਸਾਰਾ ਕੁਝ ਕਿਹਾ। ਉਹ ਤੋਂ ਬਾਅਦ ਕੁਝ ਜਾਲੀ ਜਿਹੜੀ ਹੈਗੀ ਆ ਆਊਟਫਿਟਸ ਸਿੱਖਾਂ ਦੀਆਂ ਬਣਾ ਕੇ ਕਿਸਾਨਾਂ ਦੀਆਂ ਬਣਾ ਕੇ ਉਹਨਾਂ ਨੂੰ ਵੀ ਉਹਨਾਂ ਨਾਲ ਵੀ ਗੱਲ ਕਰੀ, ਉਹਨਾਂ ਤੋਂ ਕਹਾਇਆ ਵੀ ਜੀ ਇਹ ਕਿਸਾਨ ਬਿੱਲ ਹੈ ਜਿਹੜੇ ਬਹੁਤ ਚੰਗੇ ਹੈਗੇ ਆ। ਪਰ ਜਦੋਂ ਦੇਖਿਆ ਕਿ ਕਿਸਾਨ ਆਪਣੀ ਜਿਹੜੀ ਹੈਗੀ ਆ ਅਮਨ ਸ਼ਾਂਤੀ ਦੀ ਨੀਤੀ ਨਹੀਂ ਛੱਡ ਰਹੇ ਔਰ ਨਾਲ ਦੀ ਨਾਲ ਜਿਹੜਾ ਹੈਗਾ ਆਪਣੀਆਂ ਮੰਗਾਂ ਤੇ ਵੀ ਅਡਿੱਗ ਹੈ, ਤਾਂ ਉਹਨਾਂ ਨੇ ਮੈਨੂੰ ਲੱਗਦਾ ਇਹ ਹੈਗਾ ਕਿ ਹੋ ਸਕਦਾ ਸੈਂਟਰ ਵੱਲੋਂ ਕੋਈ ਮਾੜੀ ਮੋਟੀ ਇਹ ਜਿਹੜਾ ਹੈਗਾ ਸੁਪਰੀਮ ਕੋਰਟ ਨੂੰ ਜਿਹੜਾ ਹੈਗਾ ਬੈਕਡੋਰ ਤੋਂ ਜਿਹੜਾ ਕਿਹਾ ਗਿਆ ਹੋਵੇ ਕਿ ਕਿਸੇ ਤਰ੍ਹਾਂ ਹੁਣ ਇਹ ਜਿਹੜਾ ਹੈਗਾ ਸਾਰੇ ਮਸਲੇ ਨੂੰ ਜਿਹੜਾ ਹੈਗਾ ਸੁਪਰੀਮ ਕੋਰਟ ਜਿਹੜਾ ਹੈਗਾ ਕਿਸੇ ਤਰ੍ਹਾਂ ਹੈਂਡਲ ਕਰੇ। ਤਾਨੇ ਸਾਹਿਬ, ਜੇ ਆਪਾਂ ਗੱਲ ਕਰੀਏ ਤਾਂ ਸੁਪਰੀਮ ਕੋਰਟ ਨੇ ਇੱਕ ਪਾਸੇ ਕਿਹਾ ਕਿ ਹੱਕ ਮੰਗਣਾ ਸਭ ਦਾ ਮੌਲਿਕ ਅਧਿਕਾਰ ਹੈ, ਦੂਸਰੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਵੀ ਸੜਕਾਂ ਜਿਹੜੀਆਂ ਜਾਮ ਕਰਨਾ ਉਹ ਗਲਤ ਹੈ। ਇੱਥੋਂ ਲੱਗਦਾ ਨਹੀਂ ਕੋਈ ਪ੍ਰੈਸ਼ਰ ਇਸ ਗੱਲ ਚੱਲ ਰਹੀ ਹੈ? ਦੇਖੋ ਇਹ ਫਿਰ ਉਹੀ ਗੱਲ ਹੈ ਨਾ, ਦੇਖੋ ਰਲਵੀਂ ਮਿਲਵੀਂ ਗੱਲ ਹੋਊਗੀ। ਇਸ ਤਰ੍ਹਾਂ ਤਾਂ ਸ਼ੁਰੂ ਦੇ ਵਿੱਚ ਬੜਾ ਸੈਂਟਰ ਗਵਰਨਮੈਂਟ ਨੇ ਵੀ ਕੋਸ਼ਿਸ਼ ਕਰੀ ਸੀ ਕਿ ਲੋਕਾਂ ਨੂੰ ਜਿਹੜਾ ਹੈਗਾ ਉਹ ਜਿਹੜਾ ਨਿਰੰਕਾਰੀ ਗਰਾਊਂਡ ਹੈਗਾ ਉਹਦੇ ਵਿੱਚ ਕੈਦ ਕਰ ਦਿੱਤਾ ਜਾਵੇ, ਪਰ ਕਿਸਾਨ ਸਿਆਣੇ ਰਹੇ, ਉਹ ਬਿਲਕੁਲ ਨਹੀਂ ਬਣੇ ਹੈਗੇ। ਦੇਖੋ ਕਿਸੇ ਤਰ੍ਹਾਂ ਜਿਹੜਾ ਹੈਗਾ ਸਰਕਾਰ ਨੂੰ ਮਜਬੂਰ ਕਰਨ ਵਾਸਤੇ ਕੋਈ ਨਾ ਕੋਈ ਤਰੀਕਾ ਤਾਂ ਅਪਣਾਉਣਾ ਪਊਗਾ। ਅੱਜ ਦਿੱਲੀ ਦੇ ਚਾਰੇ ਪਾਸੇ ਰਸਤਿਆਂ ਨੂੰ ਘੇਰੀ ਬੈਠੇ, ਦਿੱਲੀ ਦੇ ਦੇਣ ਰਸਤਾ, ਉਹ ਤਾਂ ਕਹਿੰਦੇ ਅਸੀਂ ਜੰਤਰ ਮੰਤਰ ਤੇ ਜਾ ਕੇ ਬੈਠ ਜਾਾਂਗੇ, ਸਾਨੂੰ ਬੈਠਣ ਦਿਓ। ਪਰ ਜਦੋਂ ਉਹ ਇਸ ਤਰ੍ਹਾਂ ਦੀ ਗੱਲ ਤੇ ਉੱਤੇ ਆਉਂਦੇ ਨਹੀਂ ਹੈਗੇ ਤਾਂ ਜਿਹੜਾ ਹੈਗਾ ਕਿਸਾਨਾਂ ਦਾ ਜਿਹੜਾ ਇਹ ਮਸਲਾ ਹੈਗਾ ਇਹ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਕਿ ਦਿੱਲੀ ਲਈ ਹੁਣ ਸਿਰਦਰਦ ਬਣ ਗਿਆ ਔਰ ਸੈਂਟਰ ਗਵਰਨਮੈਂਟ ਲਈ ਵੀ ਸਿਰਦਰਦ ਬਣ ਗਿਆ। ਤਾਨੇ ਸਾਹਿਬ, ਇੱਕ ਸੁਪਰੀਮ ਕੋਰਟ ਨੇ ਇਹ ਕਿਹਾ ਹੈ ਕਿ ਮਸਲਾ ਹੱਲ ਹੋਣ ਤੱਕ ਇਸ ਨੂੰ ਕਾਨੂੰਨ ਨੂੰ ਪੈਂਡਿੰਗ ਪਾਇਆ ਜਾ ਸਕਦਾ, ਕਿ ਉਹਨਾਂ ਨੂੰ ਤਰਕ ਦੇਣ ਦੀ ਬਜਾਏ ਆਰਡਰ ਦੇਣੇ ਚਾਹੀਦੇ ਸੀ, ਤੁਹਾਨੂੰ ਨਹੀਂ ਲੱਗਦਾ? ਬਿਲਕੁਲ ਇਹ ਕਰਨਾ ਚਾਹੀਦਾ ਸੀ। ਦੇਖੋ ਸੁਪਰੀਮ ਕੋਰਟ ਕੋਲ ਬਹੁਤ ਵਾਸਟ ਪਾਵਰਾਂ ਹੈਗੀਆਂ, ਜਿਸ ਗੱਲ ਤੇ ਸੁਪਰੀਮ ਕੋਰਟ ਦਾ ਕੋਈ ਤਲਕ ਨਹੀਂ ਸੀ ਅੱਜ ਉਸ ਦੇ ਵਿੱਚ ਵੀ ਇਹ ਚੀਜ਼ ਜਿਹੜੀ ਹੈਗੀ ਹੈ ਸੁਪਰੀਮ ਕੋਰਟ ਨੂੰ ਆਨਰੇਬਲੀ ਬਹੁਤ ਪਹਿਲਾਂ ਜਿਹੜੀ ਹੈਗੀ ਸੂਓ ਮੋਟੋ ਚੱਕ ਲੈਣੀ ਚਾਹੀਦੀ ਸੀ। ਤਾਨੇ ਸਾਹਿਬ, ਜੇ ਮੌਲਿਕ ਅਧਿਕਾਰਾਂ ਦੀ ਗੱਲ ਕਰੀਏ ਤਾਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸੀ ਕਿਸਾਨ, ਤੇ ਹਰਿਆਣਾ ਸਰਕਾਰ ਵੱਲੋਂ ਕਾਫੀ ਤਸ਼ੱਦਦ ਢਾਏ ਗਏ, ਉਦੋਂ ਸੁਪਰੀਮ ਕੋਰਟ ਨੇ ਕੋਈ ਦਖਲਅੰਦਾਜ਼ੀ ਨਹੀਂ ਕੀਤੀ, ਕੀ ਕਹਿਣਾ ਚਾਹੁੰਦੇ? ਬਿਲਕੁਲ, ਮੈਂ ਤਾਂ ਆਪ ਕਹਿੰਦਾ ਕਿ ਬਹੁਤ ਪਹਿਲਾਂ ਇਹਨਾਂ ਨੂੰ ਸੂਓ ਮੋਟੋ ਨੋਟਿਸ ਲੈਣਾ ਚਾਹੀਦਾ ਸੀ। ਦੇਖੋ ਸੁਪਰੀਮ ਕੋਰਟ ਤੇ ਅੱਜ ਕੁਐਸਚਨ ਕਿਉਂ ਉੱਠ ਰਹੇ ਹੈਗੇ ਆ, ਜਦੋਂ ਇਸ ਤਰ੍ਹਾਂ ਦੇ ਕੁਐਸਚਨ ਖੜੇ ਹੋ ਜਾਂਦੇ ਆ, ਜਦੋਂ ਸਰਕਾਰ ਚਾਹੁੰਦੀ ਆ ਉਸ ਟਾਈਮ ਤੇ ਸੁਪਰੀਮ ਕੋਰਟ ਜਾਗਦੀ ਹੈਗੀ ਆ। ਜਦੋਂ ਸ਼ਹੀਨ ਬਾਗ ਦੇ ਲੋਕਾਂ ਨੂੰ ਠਾਲਣਾ ਸੀ
ਉਸ ਟਾਈਮ ਵੀ ਜਿਹੜੀ ਹੈਗੀ ਆ ਇੱਕਦਮ ਸੁਪਰੀਮ ਕੋਰਟ ਜਾਗ ਪਈ ਸੀ ਔਰ ਸੁਪਰੀਮ ਕੋਰਟ ਨੇ ਮਾੜੀ ਜੀ ਹੱਲਾਸ਼ੇਰੀ ਦਿੱਤੀ ਔਰ ਸੈਂਟਰ ਗਵਰਨਮੈਂਟ ਨੇ ਚੱਕ ਕੇ ਜਿਹੜਾ ਹੈਗਾ ਲੋਕਾਂ ਨੂੰ ਬਿਨਾਂ ਸੁਣੇ ਤੋਂ ਜਿਹੜਾ ਹੈਗਾ ਭਜਾਤਾ। ਸੋ ਮੈਂ ਇਹ ਸਮਝਦਾ ਹੈਗਾ ਕਿ ਸੁਪਰੀਮ ਕੋਰਟ ਨੂੰ ਬਹੁਤ ਪਹਿਲਾਂ ਇਹ ਜਿਹੜੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਸੀ। ਕਿ ਤੁਹਾਨੂੰ ਸਾਹਿਬ ਕੋਈ ਪਹਿਲਾਂ ਵੀ ਕੋਈ ਮਾਮਲਾ ਸੁਪਰੀਮ ਕੋਰਟ 'ਚ ਪੈਂਡਿੰਗ ਪਿਆ ਇਹਦਾ ਕਿਸਾਨਾਂ ਨੂੰ ਲੈ ਕੇ ਕੋਈ? ਬਿਲਕੁਲ ਨਹੀਂ, ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਹੈਗਾ। ਸ਼ੁਰੂ ਦੇ ਵਿੱਚ ਜਦੋਂ ਇਹ ਸਟਾਰਟ ਹੋਇਆ ਸੀ ਮੈਟਰ, ਉਦੋਂ ਇੱਕ ਜਥੇਬੰਦੀ ਗਈ ਸੀ, ਉਹਨਾਂ ਨੇ ਵਾਪਸ ਲੈ ਲਿਆ ਸੀ। ਧੰਨਵਾਦ ਜੀ। ਇਹ ਸਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ। ਅਸੀਂ ਗੱਲ ਕਰਦੇ ਹਾਂ, ਸਾਡੇ ਨਾਲ ਮੌਜੂਦ ਹਨ ਐਡਵੋਕੇਟ ਸੀਨੀਅਰ ਐਡਵੋਕੇਟ ਨਰਿੰਦਰ ਸਿੰਘ ਟਵਾਣਾ ਜੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹਨ, ਕੀ ਕਹਿਣਾ ਚਾਹੁੰਦੇ। ਸਰ ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ। ਸਰ ਇਹ ਸੁਪਰੀਮ ਕੋਰਟ ਨੇ ਜਿਹੜਾ ਕਿਸਾਨਾਂ ਦੇ ਤੇ ਕੇਂਦਰ ਦੇ ਮਾਮਲੇ 'ਚ ਦਖਲਅੰਦਾਜ਼ੀ ਕੀਤੀ ਹੈ, ਉਹਨੂੰ ਆਪਾਂ ਤੁਸੀਂ ਕਿੱਦਾਂ ਦੇਖਦੇ ਹੋ? ਪ੍ਰੈਸ਼ਰਾਈਜ਼ ਮਾਮਲਾ ਹੈ ਕੋਈ, ਜਾਂ ਕੋਈ ਕਿਵੇਂ ਕਹਿ ਸਕਦੇ ਹੋ? ਦੇਖੋ, ਇਸ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਹਾਂਗਾ। ਅੱਜ 21 ਦਿਨ ਹੋ ਗਏ ਨੇ ਕਿਸਾਨਾਂ ਨੂੰ ਉੱਥੇ ਬਾਰਡਰ ਤੇ ਬੈਠਿਆਂ ਨੂੰ, ਬੜੀ ਭਿਆਨਕ ਠੰਡ ਪੈ ਰਹੀ ਹੈ। ਔਰ ਕੱਲ੍ਹ ਇੱਕ ਸਾਡੇ ਜਿਹੜੇ ਉੱਥੇ ਸੰਤ ਰਾਮ ਸਿੰਘ ਨੇ, ਉਹਨੇ ਖੁਦਕੁਸ਼ੀ ਵੀ ਕੀਤੀ ਹੈ, ਕਈ ਉੱਥੇ ਸ਼ਹੀਦ ਹੋਏ ਨੇ ਕਿਸਾਨ। ਮੈਂ ਸਭ ਤੋਂ ਪਹਿਲਾਂ ਸਮਝਦਾ ਇਹ ਜਿੰਨੇ ਲੋਕ ਮਰੇ ਨੇ ਵਿਚਾਰੇ, ਇਹ ਸ਼ਹੀਦ ਹੋਏ ਨੇ, ਇਹਨਾਂ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੈ। ਔਰ ਕੇਂਦਰ ਸਰਕਾਰ ਦੇ ਖਿਲਾਫ ਸੁਪਰੀਮ, ਕਿਉਂਕਿ ਹੁਣ ਮਾਮਲਾ ਸੁਪਰੀਮ ਕੋਰਟ ਦੇ ਅਧੀਨ ਹੈ, ਸੁਪਰੀਮ ਕੋਰਟ ਨੂੰ ਕੇਂਦਰ ਸਰਕਾਰ ਦੇ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਹੈ। ਰਹੀ ਗੱਲ ਜਿਸ ਤਰ੍ਹਾਂ ਕਿ ਸੁਪਰੀਮ ਕੋਰਟ ਦੇ ਕੇਸ ਦੀ ਗੱਲ ਹੈ, ਜੋ ਫੈਸਲਾ ਅੱਜ ਹੈ ਜਾਂ ਕੱਲ੍ਹ ਸੁਣਵਾਈ ਹੋਈ ਹੈ, ਇਹ ਬੜੀ ਪਹਿਲਾਂ ਤੋਂ ਹੀ ਮੇਰੇ ਖਿਆਲ ਸੂਓ ਮੋਟੋ ਸੁਪਰੀਮ ਕੋਰਟ ਨੂੰ ਲੈਣਾ ਚਾਹੀਦਾ ਸੀ। ਚਲੋ ਹੁਣ ਲੈ ਲਿਆ। ਇੱਕ ਗੱਲ ਮੈਂ ਜ਼ਰੂਰ ਕਹਾਂਗਾ ਵੀ ਪਹਿਲਾਂ ਇਹ ਤਿੰਨੇ ਕਾਨੂੰਨ ਰੱਦ ਹੋਣ ਤੋਂ ਬਾਅਦ ਜਿਹੜੀ ਹੈਗੀ ਅਗਲੀ ਫਰਦਰ ਕਾਰਵਾਈ ਹੋਣੀ ਚਾਹੀਦੀ ਹੈ, ਚਾਹੇ ਕਮੇਟੀ ਬਣੇ, ਪਰ ਇਹ ਕਾਨੂੰਨ ਰੱਦ ਹੋਣ ਤੋਂ ਬਾਅਦ ਸੁਪਰੀਮ ਕੋਰਟ ਇਹਨਾਂ ਕਾਨੂੰਨ ਰੱਦ ਕਰੇ। ਉਸ ਤੋਂ ਬਾਅਦ ਕਮੇਟੀ ਬਣਾ ਕੇ ਦੁਬਾਰਾ ਵਿਚਾਰ ਕਰਨ ਤੋਂ ਬਾਅਦ ਇਹ ਕਾਨੂੰਨ ਬਣਨੇ ਚਾਹੀਦੇ ਨੇ। ਅਦਰਵਾਈਜ਼ ਕਮੇਟੀ ਬਣਾ ਕੇ ਕਾਨੂੰਨ ਰੱਦ ਨਹੀਂ ਜੇ ਹੁੰਦੇ ਤਾਂ ਇਹ ਇੱਕ ਤਰ੍ਹਾਂ ਦਾ ਸਰਕਾਰ ਪੱਖੀ ਹੋ ਜਾਊਗਾ ਤੇ ਲੋਕਾਂ 'ਚ ਦਾ ਬਹੁਤਾ ਵਧੀਆ ਪ੍ਰਭਾਵ ਨਹੀਂ ਜਾਊਗਾ। ਲੋਕ ਇਹੀ ਸੋਚਣਗੇ ਵੀ ਸਰਕਾਰ ਦੇ ਪ੍ਰੈਸ਼ਰ ਥੱਲੇ ਜਿਹੜਾ ਹੈਗਾ ਸੁਪਰੀਮ ਕੋਰਟ ਨੇ ਕੰਮ ਕੀਤਾ ਹੈ। ਤੇ ਸੁਪਰੀਮ ਕੋਰਟ, ਮੇਰਾ ਕੋਈ ਨਿੱਜੀ ਵਿਚਾਰ ਨਹੀਂ, ਪਰ ਲੋਕਾਂ ਦੀ ਰਾਏ ਹੈ ਵੀ ਪਹਿਲਾਂ ਕਾਨੂੰਨ ਰੱਦ ਹੋਣੇ ਚਾਹੀਦੇ, ਰੱਦ ਹੋਣ ਤੋਂ ਬਾਅਦ ਜਿਹੜਾ ਹੈਗਾ ਜੀ ਕਮੇਟੀ ਬਣਨ ਤੋਂ ਬਾਅਦ ਦੁਬਾਰਾ ਵਿਚਾਰ ਕਰਕੇ ਇਹ ਜਿਹੜੇ ਕਾਨੂੰਨ ਬਣਨੇ ਚਾਹੀਦੇ। ਸਰ ਉੱਥੇ ਆਪਾਂ ਗੱਲ ਕਰੀਏ, ਜੇ ਖੇਤੀ ਬਿੱਲਾਂ ਦੀ ਗੱਲ ਕਰੀਏ ਤਾਂ ਕੋਈ ਮਾਮਲਾ ਪੈਂਡਿੰਗ ਸੁਪਰੀਮ ਕੋਰਟ 'ਚ ਕੋਈ ਮਾਮਲਾ ਪੈਂਡਿੰਗ ਵੀ ਸੀ? ਨਹੀਂ, ਪਹਿਲਾਂ ਕੋਈ ਪੈਂਡਿੰਗ ਸੀ। ਜਿਹੜਾ ਇਹ ਕੇਸ ਹੀ ਪੈਂਡਿੰਗ ਹੈ ਕਿ ਇਹ ਤਾਂ ਕਿਸੇ ਬੰਦੇ ਨੇ ਰਿਟ ਪਾਈ ਸੀ ਵੀ ਇਹ ਰਸਤੇ ਖੁਲਵਾਏ ਜਾਣ, ਲੋਕਾਂ ਨੂੰ ਆਉਣ ਜਾਣ ਦੀ ਦਿੱਕਤ ਹੋ ਰਹੀ ਹੈ, ਉਹਦੇ ਵਿੱਚ ਸੁਪਰੀਮ ਕੋਰਟ ਨੇ ਨੋਟਿਸ ਲਿਆ ਇਸ ਗੱਲ ਦਾ। ਪਰ ਸੁਪਰੀਮ ਕੋਰਟ ਨੇ ਇਹ ਗੱਲ ਜ਼ਰੂਰ ਕਹੀ ਹੈ ਵੀ ਨੈਸ਼ਨਲ ਜਿਹੜਾ ਹੈਗਾ ਇਸ਼ੂ ਹੈ, ਇਹਦਾ ਫੈਸਲਾ ਜਲਦੀ ਹੋਣਾ ਚਾਹੀਦਾ ਹੈ। ਬਿਲਕੁਲ ਸਹੀ ਉਹਨਾਂ ਨੇ ਗੱਲ ਕਹੀ ਹੈ, ਪਰ ਮੈਨੂੰ ਨਹੀਂ ਲੱਗਦਾ ਵੀ ਕਿਸਾਨ ਜਥੇਬੰਦੀਆਂ ਬਗੈਰ ਕਾਨੂੰਨ ਰੱਦ ਹੋਏ ਤੋਂ ਉੱਠਣਗੀਆਂ ਉੱਥੇ। ਉਹਨਾਂ ਦੀ ਸ਼ਰਤ ਵੀ ਇਹੀ ਹੈ, ਔਰ ਮੇਰੀ ਵੀ ਨਿੱਜੀ ਇਹੀ ਰਾਏ ਹੈ ਵੀ ਇਹ ਕਾਨੂੰਨ ਰੱਦ ਹੋਣ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਕਮੇਟੀ ਬਣਾਈ ਜਾਣੀ ਚਾਹੀਦੀ ਹੈ, ਸਰਕਾਰੀ ਨੁਮਾਇੰਦਿਆਂ ਦੀ, ਕਿਸਾਨਾਂ ਦੀ ਤੇ ਐਕਸਪਰਟਸ ਦੀ। ਫਿਰ ਉਸ ਤੋਂ ਬਾਅਦ ਨਵਾਂ ਕਾਨੂੰਨ ਜਿਹੜਾ ਬਣਨਾ ਚਾਹੀਦਾ। ਟੋਣਾ ਸਾਹਿਬ ਜੇ ਗੱਲ ਕਰੀਏ ਤਾਂ ਜਿਹੜੇ ਸੰਘਰਸ਼ ਤੇ ਜਾ ਰਹੇ ਕਿਸਾਨਾਂ ਨਾਲ ਹਰਿਆਣੇ 'ਚ ਜੋ ਹੋਇਆ ਸੀ, ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਉੱਥੇ ਸੜਕਾਂ ਪੱਟਦੀਆਂ ਸੀ, ਕੀ ਉਹਨਾਂ ਨੂੰ ਇਹ ਅਥਾਰਟੀ ਹੁੰਦੀ ਹੈ ਕਿ ਸੜਕਾਂ ਪੱਟ ਦੇਣੀਆਂ, ਜਾਂ ਜੇ ਉੱਥੋਂ ਹੀ ਦੇਸ਼ ਦੀ ਮਿਲਟਰੀ ਨੇ ਜਾਂ ਦੇਸ਼ ਦੀ ਉਸਨੇ ਮਤਲਬ ਕਿ ਜਿਵੇਂ ਕਿ ਫੋਰਸ ਨੇ ਉੱਥੋਂ ਲੱਗਣਾ ਹੋਣਾ, ਜੇ ਕੋਈ ਐਮਰਜੈਂਸੀ ਪੈ ਜਾਂਦੀ ਤਾਂ ਕੀ ਹਾਲਾਤ ਹੁੰਦੇ? ਇਹ ਬੜੀ ਗਲਤ ਹੈ ਜੀ। ਜੋ ਕੁਝ ਹਰਿਆਣਾ ਸਰਕਾਰ ਨੇ ਕੀਤਾ ਨਾ, ਇਹ ਜਿੰਨੀ ਵੀ ਇਹਦੀ ਨਿੰਦਿਆ ਕੀਤੀ ਹੈ ਉਨੀ ਉਹ ਥੋੜ੍ਹੀ ਹੈ, ਕਿਉਂਕਿ ਹਰਿਆਣਾ ਨੈਸ਼ਨਲ ਰੋਡ ਆ, ਉਹ ਨੈਸ਼ਨਲ ਗਵਰਨਮੈਂਟ ਦੇ ਸੈਂਟਰ ਗਵਰਨਮੈਂਟ ਦੇ ਅੰਡਰ ਆਉਂਦੀ ਹੈ। ਹਰਿਆਣਾ ਨੂੰ ਕੋਈ ਅਧਿਕਾਰ ਨਹੀਂ ਉਹ ਕਿਸੇ ਨੂੰ ਰੋਕੇ, ਉਹ ਸੜਕ ਤੇ ਜਾਣ ਤੋਂ ਰੋਕੇ ਜਾਂ ਉਹਨੂੰ ਪੁੱਟੇ। ਤੇ ਹੁਣ ਕਿਉਂਕਿ ਮਾਮਲਾ ਸੁਪਰੀਮ ਕੋਰਟ ਕੋਲ ਆ, ਮੈਂ ਵੀ ਸਮਝਦਾ ਹਰਿਆਣਾ ਸਰਕਾਰ ਦੇ ਖਿਲਾਫ ਵੀ ਐਕਸ਼ਨ ਲੈਣਾ ਚਾਹੀਦਾ। ਸੁਪਰੀਮ ਕੋਰਟ ਨੂੰ ਜਿਹੜਾ ਲਾਸ ਹੋਇਆ, ਜਿਹੜਾ ਸੜਕਾਂ ਪੱਟੀਆਂ ਗਈਆਂ, ਉੱਥੇ ਬਲੌਕੇਡ ਲਾਈ ਗਈ, ਕਿਸਾਨਾਂ ਰੋਕਿਆ ਗਿਆ, ਪਾਣੀ ਦੀਆਂ ਵਿਛਾੜਾਂ ਪਾਈ ਗਈਆਂ, ਲਾਠੀ ਚਾਰਜ ਕੀਤਾ ਗਿਆ, ਕਿੰਨੇ ਕਿਸਾਨ ਉੱਥੇ ਫੱਟੜ ਹੋਏ ਨੇ, ਔਰ ਕਈ ਕਿਸਾਨਾਂ ਦੀ ਮੌਤ ਵੀ ਉਸੇ ਕਾਰਨ ਹੋਈ ਹੈ ਜਿਹੜੀਆਂ ਪਾਣੀ ਦੀਆਂ ਵਿਛਾੜਾਂ ਪਾਈਆਂ ਨੇ। ਹਰਿਆਣਾ ਸਰਕਾਰ ਦੇ ਖਿਲਾਫ ਵੀ ਐਕਸ਼ਨ ਬਣਦਾ, ਲੈਣਾ ਬਣਦਾ, ਕਿਉਂਕਿ ਹੁਣ ਸਾਰਾ ਮਾਮਲਾ ਸੁਪਰੀਮ ਕੋਰਟ ਕੋਲ ਹੈ। ਬਖਸ਼ਣਾ ਨਹੀਂ ਚਾਹੀਦਾ, ਕਿਉਂਕਿ ਨੈਸ਼ਨਲ ਹਾਈਵੇ ਕੋਈ ਵੀ ਉੱਥੇ ਜਾ ਸਕਦਾ। ਹਰਿਆਣਾ ਨੂੰ ਕੀ ਅਧਿਕਾਰ ਹੈ ਰੋਕਣ ਦਾ? ਜਿਹੜੇ ਪੰਜਾਬ ਦੇ ਲੋਕ ਉੱਥੇ ਗਏ ਨੇ ਕਿਸਾਨ, ਉਹ ਵੀ ਇਸ ਦੇਸ਼ ਦੇ ਸ਼ਹਿਰੀ ਨੇ, ਤੇ ਇਸ ਤਰ੍ਹਾਂ ਦਾ ਵਰਤਾਅ ਕਰਨਾ, ਉਹਨਾਂ ਨੂੰ ਇਹ ਅਹਿਸਾਸ ਕਰਾਉਣਾ ਵੀ ਤੁਸੀਂ ਹਿੰਦੁਸਤਾਨ ਦੇ ਵਾਸੀ ਨਹੀਂ, ਬੜਾ ਗਲਤ ਹੈ। ਤੇ ਉਹਨਾਂ ਦੇ ਖਿਲਾਫ ਮੈਂ ਸਮਝਦਾ ਹਰਿਆਣਾ ਦੇ ਸਰਕਾਰ ਦੇ ਖਿਲਾਫ ਵੀ ਬਿਲਕੁਲ ਐਕਸ਼ਨ ਲੈਣਾ ਚਾਹੀਦਾ ਸੁਪਰੀਮ ਕੋਰਟ। ਧੰਨਵਾਦ ਜੀ। ਇਹ ਸਨ ਐਡਵੋਕੇਟ ਨਰਿੰਦਰ ਸਿੰਘ ਟਵਾਣਾ, ਜਿਨ੍ਹਾਂ ਨੇ ਕਿਹਾ ਹੈ ਕਿ ਪਹਿਲਾਂ ਸੁਪਰੀਮ ਕੋਰਟ ਨੂੰ ਹਰਿਆਣਾ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਹੈ। ਉੱਥੇ ਹੀ ਸਾਡੇ ਨਾਲ ਮੌਜੂਦ ਹਨ ਐਡਵੋਕੇਟ ਇੰਦਰਜੀਤ ਸਿੰਘ ਸਾਊ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਸੁਪਰੀਮ ਕੋਰਟ ਨੇ ਜੋ ਕੇਂਦਰ ਤੇ ਕਿਸਾਨਾਂ ਨੂੰ ਬੈਠ ਕੇ ਗੱਲ ਸੁਝਾਉਣ ਦੀ ਗੱਲ ਕੀਤੀ ਹੈ, ਉਸ ਤੇ ਉਹਨਾਂ ਦੇ ਕੀ ਵਿਚਾਰ ਹਨ। ਸਵਾਗਤ ਹੈ ਤੁਹਾਡਾ ਸਾਊ ਸਾਹਿਬ। ਧੰਨਵਾਦ ਜੀ। ਸਰ ਕੀ ਕਹਿਣਾ ਚਾਹੋਗੇ, ਜਿਹੜਾ ਕੇਂਦਰ ਨੇ ਕਿਸਾਨਾਂ ਨੂੰ ਬੈਠ ਕੇ ਗੱਲ ਸੁਝਾਉਣ ਦੀ ਗੱਲ ਕੀਤੀ ਹੈ, ਉਹ ਕੀ ਕਹਿਣਾ ਚਾਹੋਗੇ? ਦੇਖੋ, ਸਾਡੀ ਸਰਵਉੱਚ ਅਦਾਲਤ ਹੈ ਸੁਪਰੀਮ ਕੋਰਟ, ਮਾਣਯੋਗ। ਅਸੀਂ ਮਾਣਯੋਗ ਸੁਪਰੀਮ ਕੋਰਟ ਦੇ ਹਰ ਫੈਸਲੇ ਦਾ ਸਵਾਗਤ ਕਰਦੇ ਹਾਂ, ਤੇ ਕਿਸਾਨ ਜਥੇਬੰਦੀਆਂ ਨੇ ਵੀ ਸਾਡੇ ਇਸ ਜਿਹੜਾ ਵੀ ਪ੍ਰੋਟੈਸਟ ਕਰ ਰਹੇ ਹਾਂ ਅਸੀਂ,
ਉਹਦੇ 'ਤੇ ਸਰਵਉੱਚ ਅਦਾਲਤ ਨੇ ਜੋ ਹੁਣ ਫੈਸਲਾ ਸੁਣਾਇਆ ਹੈ ਤੇ ਕਮੇਟੀ ਬਣਾਉਣ ਵਾਸਤੇ ਕਿਹਾ ਹੈ, ਅਸੀਂ ਉਹਦਾ ਜਿਹੜਾ ਕਿਸਾਨ ਆਗੂ ਨੇ ਉਹਨਾਂ ਨੇ ਵੀ ਸਵਾਗਤ ਕੀਤਾ ਤੇ ਉਹਨਾਂ ਨੇ ਕਿਹਾ ਵੀ ਜੋ ਸਰਵਉੱਚ ਅਦਾਲਤ ਸਾਨੂੰ ਕਮੇਟੀ ਬਣਾਉਣ ਵਾਸਤੇ ਕਹੂਗੀ ਅਸੀਂ ਉਹਦੇ ਬਾਰੇ ਵਿਚਾਰ ਕਰਾਂਗੇ ਤੇ ਜੋ ਉਹਦੇ ਵਿੱਚ ਫੈਸਲਾ ਹੋਊਗਾ ਅਸੀਂ ਉਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਸੇ ਤਰ੍ਹਾਂ ਹੀ ਵਿਚਾਰ ਦੇ ਹਿਸਾਬ ਨਾਲ ਹੀ ਚੱਲਾਂਗੇ। ਸੋ ਸਾਡਾ ਇਹ ਹੈ ਵੀ ਜਿਹੜਾ ਸਾਡਾ ਪ੍ਰੋਟੈਸਟ ਕਰਨਾ ਹੈ ਉਹ ਸਾਡਾ ਮੌਲਿਕ ਅਧਿਕਾਰ ਹੈ। ਇਹ ਸਾਡੀ ਸੁਪਰੀਮ ਕੋਰਟ ਨੇ ਵੀ ਗੱਲ ਕਹੀ ਹੈ ਵੀ ਇਹਨਾਂ ਦਾ ਅਧਿਕਾਰ ਹੈ, ਪ੍ਰੋਟੈਸਟ ਕਰ ਸਕਦੇ ਨੇ, ਪੀਸਫੁਲੀ ਕਰ ਰਹੇ ਨੇ। ਜਿਵੇਂ ਆਪਾਂ ਸਮਝ ਕੇ ਚੱਲੋ ਵੀ 2 ਮਹੀਨੇ ਤੋਂ ਉੱਪਰ ਦਾ ਹੋ ਗਿਆ, 20 ਦਿਨ ਤਾਂ ਦਿੱਲੀ ਦੇ ਵਿੱਚ ਵੀ ਹੋ ਗਏ। ਉੱਥੇ ਕੋਈ ਵੀ ਜਿੰਨੇ ਵੀ ਸਾਡੇ ਲੱਖਾਂ ਦੀ ਤਾਦਾਦ ਦੇ ਵਿੱਚ ਕਿਸਾਨ ਵੀਰ ਬੈਠੇ ਨੇ ਉਹਨਾਂ ਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਵੀ ਜਿਹੜਾ ਕਿਸੇ ਸਰਕਾਰੀ ਪ੍ਰਾਪਰਟੀ ਨਾਲ ਜਾਂ ਪ੍ਰਾਈਵੇਟ ਪ੍ਰਾਪਰਟੀ ਨੂੰ ਕਿਸੇ ਕੋਈ ਨੁਕਸਾਨ ਪਹੁੰਚਾਇਆ ਹੋਵੇ ਜਾਂ ਕਿਸੇ ਦੇ ਖਿਲਾਫ ਜਾ ਕੇ ਕੁਝ ਕੀਤਾ ਹੋਵੇ। ਸੋ ਅਸੀਂ ਸਮਝਦੇ ਵੀ ਜੋ ਸੁਪਰੀਮ ਕੋਰਟ ਨੇ ਫੈਸਲਾ ਲਿਆ ਜਾਂ ਜੋ ਆਦੇਸ਼ ਦਿੱਤੇ ਨੇ ਅਸੀਂ ਉਹਦੀ ਪਾਲਣਾ ਕਰਾਂਗੇ ਤੇ ਕਿਸਾਨ ਆਗੂ ਵੀ ਇਸ ਗੱਲ ਨਾਲ ਸਹਿਮਤ ਨੇ। ਸਭ ਕੋਈ ਪ੍ਰੈਸ਼ਰਾਈਜ਼ ਫੈਸਲਾ ਤਾਂ ਨਹੀਂ ਲੱਗਦਾ, ਜਿਵੇਂ ਕੋਈ ਪ੍ਰੈਸ਼ਰਾਈਜ਼ ਕਰਕੇ ਸੁਪਰੀਮ ਕੋਰਟ ਤੋਂ ਇਹ ਗੱਲ ਕਹਾਉਂਦਾ ਹੋਵੇ ਕੋਈ? ਦੇਖੋ, ਜਿੱਥੋਂ ਤੱਕ ਪ੍ਰੈਸ਼ਰਾਈਜ਼ ਦੀ ਗੱਲ ਹੈ, ਆਮ ਪੋਲੀਟੀਸ਼ੀਅਨ ਜਿਹੜੇ ਨੇ ਜਾਂ ਕੁਝ ਜਿਹੜੇ ਬੁੱਧੀਜੀਵੀ ਨੇ ਉਹ ਜ਼ਰੂਰ ਇਹ ਗੱਲ ਕਹਿ ਰਹੇ ਨੇ ਵੀ ਇਹ ਪ੍ਰੈਸ਼ਰ ਦੇ ਥੱਲੇ ਜਿਹੜਾ ਸੁਪਰੀਮ ਕੋਰਟ ਵੱਲੋਂ ਇਹ ਆਦੇਸ਼ ਹੋਇਆ, ਕਿਉਂਕਿ ਸਰਕਾਰ ਦੇ ਹੱਥ ਖੜੇ ਹੋ ਚੁੱਕੇ ਨੇ। ਸਰਕਾਰ ਨੇ ਆਪਣੀਆਂ ਸਾਰੀਆਂ ਚਾਲਾਂ ਸੈਂਟਰ ਨੇ ਦੇਖ ਲਈਆਂ ਚੱਲ ਕੇ। ਉਹਨਾਂ ਕੋਲ ਜਦੋਂ ਕੋਈ ਹਿੱਲਾ ਵਸੀਲਾ ਨਹੀਂ ਬਚਿਆ ਤਾਂ ਅਖੀਰ ਉਹਨਾਂ ਨੇ ਜਾ ਕੇ ਹੁਣ ਸੁਪਰੀਮ ਕੋਰਟ ਦਾ ਜਿਹੜਾ ਸਹਾਰਾ ਲਿਆ ਵੀ ਅਸੀਂ ਸੁਪਰੀਮ ਕੋਰਟ ਦੇ ਥਰੂ ਪ੍ਰੋਪਰ ਚੈਨਲ ਰਾਹੀਂ ਕਾਨੂੰਨੀ ਵੇਅ ਦੇ ਨਾਲ ਕੋਈ ਨਾ ਕੋਈ ਕਾਰਵਾਈ ਕਰੀਏ ਤੇ ਅਸੀਂ ਜਿਹੜਾ ਇਹਨਾਂ ਦਾ ਅੰਦੋਲਨ ਹੈ ਚਾਹੇ ਉਹਨੂੰ ਫੇਲ ਕਰੀਏ, ਚਾਹੇ ਜਿਹੜੇ ਕਾਲੇ ਕਾਨੂੰਨ ਇਹਨਾਂ ਨੇ ਪਾਸ ਕੀਤੇ ਉਹਨਾਂ ਨੂੰ ਨਾ ਵਾਪਸ ਲੈਣ ਦਾ ਵੀ ਜਿਹੜਾ ਵੀ ਉਹਨਾਂ ਦਾ ਮਨ ਬਣਿਆ ਹੋਇਆ ਹੈ ਵੀ ਉਹ ਕਹਿਣ ਦਾ ਮਤਲਬ ਹੁਣ ਸੁਪਰੀਮ ਕੋਰਟ ਦੇ ਰਾਹੀਂ ਇਹ ਗੱਲਾਂ ਕਰਨੀਆਂ ਚਾਹੁੰਦੇ ਨੇ। ਦਿੱਲੀ ਜਾ ਕੇ ਪ੍ਰਦਰਸ਼ਨ ਹੋਣ ਤੋਂ ਬਾਅਦ 20 ਦਿਨਾਂ ਤੱਕ ਜੇ ਸਰਕਾਰ ਵੱਲੋਂ ਕੋਈ ਨਹੀਂ ਹੋਈ ਹਿੱਲਾ ਵਸੀਲਾ ਹੋਇਆ ਜਾਂ ਇਹਨਾਂ ਨੂੰ ਅੰਦੋਲਨ ਦਾ ਕੋਈ ਸਿਰੇ ਨਹੀਂ ਚੜ੍ਹਿਆ ਤਾਂ ਫਿਰ ਹੁਣ ਅਸੀਂ ਵੀ ਕਹਿੰਦੇ ਹਾਂ, ਕਈ ਹੋਰ ਵੀ ਜਿਹੜੇ ਕਾਨੂੰਨੀ ਮਾਹਿਰ ਨੇ ਜਾਂ ਫਿਰ ਬੁੱਧੀਜੀਵੀ ਨੇ ਉਹ ਇਹ ਗੱਲ ਕਹਿੰਦੇ ਨੇ ਵੀ ਜੇ ਕਿਸਾਨਾਂ ਦਾ ਅੰਦੋਲਨ ਚੱਲਦਾ ਪਿਆ ਜਾਂ ਸਰਕਾਰ ਦੀ ਤੇ ਜਿਹੜੇ ਸਾਡੇ ਕਿਸਾਨ ਆਗੂ ਨੇ ਉਹਨਾਂ ਨੂੰ ਵਿਚਾਰ ਨੂੰ ਨੇੜੇ ਲਾਉਣ ਵਾਸਤੇ ਸੁਪਰੀਮ ਕੋਰਟ ਨੂੰ ਸੂ ਮੋਟੋ ਇਹ ਲੈ ਲੈਣਾ ਚਾਹੀਦਾ ਸੀ ਐਕਸ਼ਨ ਵੀ ਜਿਹੜਾ ਉਹ ਪੀਸਫੁਲੀ ਪ੍ਰੋਟੈਸਟ ਕਰ ਰਹੇ ਨੇ ਸਰਕਾਰ ਨੂੰ ਤੇ ਉਹਨਾਂ ਦੀ ਗੱਲ ਮੰਨ ਕੇ ਜਿਹੜੇ ਕਾਲੇ ਕਾਨੂੰਨ ਨੇ ਰੱਦ ਕਰਨੇ ਚਾਹੀਦੇ ਨੇ ਜਾਂ ਵਾਪਸ ਕਰਨੇ ਚਾਹੀਦੇ ਨੇ। ਸੋ ਉਹ ਸੂ ਮੋਟੋ ਨਾ ਲੈਣ ਕਰਕੇ ਹੀ ਇਹ ਜਿਹੜੀ ਪਟੀਸ਼ਨ ਫਾਈਲ ਹੋਈ ਹੈ ਸਰਕਾਰ ਵੱਲੋਂ, ਚਾਹੇ ਸਰਕਾਰ ਦੇ ਕਿਸੇ ਵੀ ਅਧਿਕਾਰੀ ਵੱਲੋਂ ਜਾਂ ਸਰਕਾਰ ਦੇ ਕਿਸੇ ਪ੍ਰਾਈਵੇਟ ਪਰਸਨ ਵੱਲੋਂ ਇਹ ਫਾਈਲ ਹੋਈ ਹੈ ਤੇ ਸਰਕਾਰ ਨੂੰ ਉਹਨਾਂ ਨੇ ਤੇ ਨਾਲ ਕਿਸਾਨ ਜਥੇਬੰਦੀਆਂ ਉੱਤੇ ਪੰਜਾਬ ਹਰਿਆਣਾ ਸਟੇਟਾਂ ਦੇ ਜਿਹੜੇ ਚੀਫ ਮਿਨਿਸਟਰ ਨੇ ਉਹਨਾਂ ਨੇ ਨੋਟਿਸ ਕਹਿੰਦੇ ਵੀ ਭੇਜੇ ਨੇ ਵੀ ਇਹਨਾਂ ਦਾ ਜਿਹੜਾ ਵਿਚਾਰ ਵਟਾਂਦਰਾ ਕਰਕੇ ਜਿਹੜਾ ਇਹ ਅੰਦੋਲਨ ਹੈ ਇਹਨੂੰ ਨੇਪਰੇ ਚਾੜਿਆ ਜਾਵੇ ਪੀਸਫੁਲੀ। ਧੰਨਵਾਦ ਜੀ। ਇਹ ਸਨ ਐਡਵੋਕੇਟ ਇੰਦਰਜੀਤ ਸਿੰਘ ਸਾਹੂ ਜਿਨ੍ਹਾਂ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਨੂੰ ਇਸ ਵਿੱਚ ਦਖਲਅੰਦਾਜ਼ੀ ਕਰਕੇ ਇਸ ਕਾਨੂੰਨ ਨੂੰ ਰੱਦ ਕਰਨ ਲਈ ਕੇਂਦਰ ਨੂੰ ਤਾੜਨਾ ਦੇਣੀ ਚਾਹੀਦੀ ਹੈ। ਕਿਲਾ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿਸਾਨ ਆਗੂਆਂ ਨਾਲ, ਕਿਸਾਨਾਂ ਨਾਲ ਗੱਲ ਕਰਾਂਗੇ। ਉਹਨਾਂ ਦਾ ਜੋ ਸੁਪਰੀਮ ਕੋਰਟ ਨੇ ਬੈਠ ਕੇ ਟੇਬਲ ਟਾਕ ਤੇ ਗੱਲ ਕਰਨ ਦੀ ਗੱਲ ਕਹੀ ਹੈ, ਕਿਸਾਨਾਂ ਨੂੰ ਤੇ ਕੇਂਦਰ ਨੂੰ ਬੈਠ ਕੇ ਗੱਲ ਕਰਨ ਦੀ ਗੱਲ ਕੀਤੀ ਗਈ ਹੈ, ਉਸ ਤੇ ਕਿਸਾਨਾਂ ਦੀ ਕੀ ਤਰਕ ਹੈ। ਕਿਸਾਨਾਂ ਨਾਲ ਗੱਲ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ। ਕੀ ਨਾਮ ਹੈ ਭਾਜੀ ਤੁਹਾਡਾ? ਮੇਰਾ ਨਾਮ ਹੈ ਜੀ ਸਿਮਰਜੀਤ ਸਿੰਘ ਛੰਨਾ ਜੀ। ਸੁਪਰੀਮ ਕੋਰਟ ਨੇ ਕਿਸਾਨਾਂ ਨੂੰ ਤੇ ਕੇਂਦਰ ਨੂੰ ਬੈਠ ਕੇ ਗੱਲ ਕਰਨ ਦੀ ਗੱਲ ਕਹੀ ਹੈ, ਉਹਦੇ ਤੇ ਤੁਹਾਡੀ ਕੀ ਤਰਕ ਹੈ? ਕੀ ਕਹਿਣਾ ਚਾਹੋਗੇ ਤੁਸੀਂ ਉਹਦੇ ਬਾਰੇ? ਅਸੀਂ ਤਾਂ ਜੀ ਸ਼ਾਂਤਮਈ ਬੈਠ ਕੇ ਉਹ ਗੱਲ ਕਰਨੀ ਚਾਹੁੰਦੇ ਹਾਂ। ਜਿਸ ਦਿਨ ਅਸੀਂ ਇੱਥੋਂ ਗਏ ਸੀ, ਅਸੀਂ ਗੱਲੇ ਕਰਨ ਗਏ ਸੀ, ਆਪਦੀ ਗੱਲ ਰੱਖਣ ਗਏ ਸੀ। ਜੋ ਹਰਿਆਣਾ ਸਰਕਾਰ ਆ ਇਹਨਾਂ ਨੇ ਸਾਡੇ ਕਿਸਾਨ ਭਰਾਵਾਂ ਉੱਪਰ ਪਾਣੀ ਦੀਆਂ ਵਿਸ਼ਾਰਾਂ ਮਾਰੀਆਂ, ਠੀਕ ਆ ਜੀ। ਹਰਿਆਣਾ ਸਰਕਾਰ ਨੇ ਮਾਹੌਲ ਖਰਾਬ ਕੀਤਾ, ਇਸ ਤਾਂ ਸ਼ਾਂਤਮਈ ਜਾ ਰਹੇ ਸੀ ਜੀ। ਤੇ ਤੁਹਾਨੂੰ ਲੱਗਦਾ ਵੀ ਕਿ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀ ਸੁਪਰੀਮ ਕੋਰਟ ਹੈ ਉਹ ਕਿਸੇ ਪ੍ਰੈਸ਼ਰਾਈਜ਼ ਆ ਕੇ ਇਹ ਫੈਸਲਾ ਦੇ ਰਹੀ ਹੈ? ਆ ਤਾਂ ਜੀ ਹੁਣ ਸੁਪਰੀਮ ਕੋਰਟ ਦੱਸ ਸਕਦੀ ਆ, ਹੋ ਵੀ ਸਕਦਾ, ਹੋ ਵੀ ਨਹੀਂ ਸਕਦਾ। ਜੇ ਸੁਪਰੀਮ ਕੋਰਟ ਕਿਸਾਨਾਂ ਦੇ ਹੱਕ 'ਚ ਫੈਸਲਾ ਕਹਿੰਦੀ ਆ ਕਿ ਬੈਠ ਕੇ ਗੱਲ ਕਰੋ, ਅਸੀਂ ਸੁਪਰੀਮ ਕੋਰਟ ਨੂੰ ਬੇਨਤੀ ਕਰ ਦਿਆਂਗੇ ਪਹਿਲਾਂ ਜਿਹੜੇ ਸਾਡੇ ਕਿਸਾਨਾਂ ਦੇ ਉੱਪਰ ਹਰਿਆਣਾ ਦੀ ਜਿਨ੍ਹਾਂ ਨੇ ਵੀ ਲੋਕਾਂ ਨੇ, ਪੁਲਿਸ ਨੇ ਜਾਂ ਕਿਸੇ ਨੇ ਤਸੱਦਦ ਕੀਤਾ ਹੈ, ਸਭ ਤੋਂ ਪਹਿਲਾਂ ਉਹਨਾਂ ਪਰ FIR ਦਰਜ ਹੋਣੀ ਚਾਹੀਦੀ ਹੈ ਜੀ। ਮੈਂ ਤਾਂ ਆਹ ਬੇਨਤੀ ਕਰੂੰਗਾ ਸਾਰੀਆਂ ਪਾਰਟੀਆਂ ਨੂੰ, ਕੈਪਟਨ ਅਮਰਿੰਦਰ ਸਿੰਘ ਨੂੰ ਵੀ, ਪੰਜਾਬ ਦੇ ਉਹ ਮੁੱਖ ਮੰਤਰੀ ਨੇ, ਉਹ ਬਿਨਾਂ ਕਿਸੇ ਭੇਦ ਭਾਵ ਦੇ, ਕਿਸੇ ਬਿਨਾਂ ਇਗੋ ਦੇ, ਸਾਰੀਆਂ ਪਾਰਟੀਆਂ ਵਾਲੇ ਜਿਹੜੇ ਵੀ ਮੁੱਖ ਚਿਹਰੇ ਹੈਗੇ ਨੇ ਉਹ ਕਿਸਾਨਾਂ ਦੇ ਵਿੱਚ ਬੈਠਣ ਜਾ ਕੇ, ਉੱਥੇ ਕਿਸਾਨ ਸਵਾਗਤ ਕਰਨਗੇ। ਆਹ ਤਾਂ ਹੋ ਨਹੀਂ ਸਕਦਾ ਕਿ ਹੁਣ ਕਿਸਾਨ, ਹਾਂ ਜੇ ਆਪਾਂ ਕਿਸਾਨਾਂ ਦੇ ਵਿੱਚ ਜਾ ਕੇ ਆਪਣੀ ਪਾਰਟੀ ਦੀ ਗੱਲ ਕਰਾਂਗੇ ਫਿਰ ਤਾਂ ਹੁਣ ਕਿਸਾਨ ਦੁਖੀ ਬਹੁਤ ਹੋਏ ਪਏ ਨੇ। ਇੱਕ ਮੈਂ ਗੱਲ ਜੀ ਹੋਰ ਕਹਿਣੀ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਜਿੰਨੇ ਵੀ ਪਾਰਟੀਆਂ ਵਾਲੇ ਹੈਗੇ ਨੇ, ਅਸੀਂ ਕਿਸਾਨ ਹਾਂ, ਠੀਕ ਆ ਜੀ, ਆਗੂ ਵੀ ਆ, ਕਿਸਾਨ ਵੀ ਆ। ਸਭ ਤੋਂ ਪਹਿਲਾਂ ਮੈਂ ਕਿਸਾਨ ਹਾਂ। ਮੈਂ ਆਹ ਗੱਲ ਕਹੂੰਗਾ ਕਿ ਜੇ ਆਹ ਸਾਰੀਆਂ ਪਾਰਟੀਆਂ ਵਾਲੇ, ਜਿੰਨੀਆਂ ਵੀ ਟੋਟਲ ਪਾਰਟੀਆਂ ਨੇ ਪੰਜਾਬ ਦੀਆਂ, ਜੇ ਆਹ ਸਾਨੂੰ
ਬਿੱਲ ਪਾਸ ਹੋਣ ਬਾਰੇ ਪਹਿਲਾਂ 5 ਮਹੀਨੇ 6 ਮਹੀਨੇ 10 ਦਿਨ ਦੇ ਤਾਂ ਅਸੀਂ ਆਪਦਾ ਸਟਰਗਲ ਕਰਦੇ, ਆਪਦੀ ਆਵਾਜ਼ ਉਠਾਉਂਦੇ, ਠੀਕ ਹੈ ਜੀ। ਹੁਣ ਜੇ ਆਪਾਂ ਬਾਅਦ ਦੇ ਵਿੱਚੋਂ ਤਾਂ ਸਾਰੇ ਉਹ ਕਹਿ ਦਿੰਦੇ ਨੇ ਜੀ ਗਲਤ ਹੋਇਆ ਕਿ ਸਾਨੂੰ ਉੱਥੇ ਬੈਠਣ ਦੀ ਲੋੜ ਨਹੀਂ ਸੀ ਕਿ ਜਿਹੜਾ ਸਾਨੂੰ ਉੱਥੇ ਅੱਜ ਬੈਠਣਾ ਪੈ ਰਿਹਾ। ਜੇ ਆਹ ਸਾਰੀਆਂ ਪਾਰਟੀਆਂ 6 ਮਹੀਨੇ ਪਹਿਲਾਂ ਸਾਨੂੰ ਜਾਗਰੂਕ ਕਰ ਦਿੰਦੀਆਂ ਤਾਂ ਇੱਥੇ ਤੱਕ ਜੀ ਨੌਬਤ ਨਹੀਂ ਪਹੁੰਚਣੀ ਸੀ। ਹੋਰ ਕਿਸਾਨ ਆਗੂ ਨਾਲ ਗੱਲ ਕਰਦੇ ਹਾਂ, ਪੁੱਛਾਂਗੇ ਵੀ ਜੋ ਸੁਪਰੀਮ ਕੋਰਟ ਵੱਲੋਂ ਕਿਸਾਨਾਂ ਤੇ ਕੇਂਦਰ ਨੂੰ ਟੇਬਲ ਟਾਕ ਕਰਨ ਦੀ ਗੱਲ ਆਖੀ ਜਾ ਰਹੀ ਹੈ, ਬੈਠ ਕੇ ਹੱਲ ਕੱਢਣ ਦੀ ਗੱਲ ਕੀਤੀ ਜਾ ਰਹੀ ਹੈ, ਇਹਨਾਂ ਦੇ ਕੀ ਵਿਚਾਰ ਹਨ? ਸਵਾਗਤ ਹੈ ਭਾਜੀ ਤੁਹਾਡਾ, ਕੀ ਨਾਮ ਹੈ ਤੁਹਾਡਾ? ਮੈਂ ਜੀ ਸ਼ਾਹਬਾਜ਼ ਸਿੰਘ ਨਾਗਰਾ ਫਰੋਮ ਫਤਿਹਗੜ੍ਹ ਸਾਹਿਬ, ਸ਼ਹੀਦਾਂ ਦੀ ਧਰਤੀ ਤੋਂ ਜੀ। ਸੁਪਰੀਮ ਕੋਰਟ ਦੇਖੋ ਜੀ, ਦੋ ਚੀਜ਼ਾਂ ਨੇ। ਜੇ ਤਾਂ ਬਹੁਤ ਕਿਉਂਕਿ ਕਿਸੇ ਸਟੂਡੈਂਟ ਨੇ ਰਿਟ ਪਾਈ ਸੀ, ਇਹ ਜੇ ਤਾਂ ਸੀਰੀਅਸਲੀ ਸੁਪਰੀਮ ਕੋਰਟ ਇਹਨੂੰ ਲੈਂਦੀ ਆ ਤਾਂ ਸਮਝ ਲਓ ਵੀ ਇਹ ਮਤਲਬ ਇੰਡੀਵਿਜੂਅਲ ਹੋ ਕੇ ਫੈਸਲਾ ਦੇਗੀ। ਬਟ ਜੇ ਕਿਤੇ ਪ੍ਰੈਸ਼ਰ ਹੈ ਸਰਕਾਰ ਦਾ, ਕਿਉਂਕਿ ਤੁਹਾਨੂੰ ਪਤਾ ਚੀਫ ਜਸਟਿਸ ਉਹਨਾਂ ਦਾ ਰਿਹਾ ਸੀ, ਰਾਜ ਸਭਾ ਬਾਅਦ 'ਚ ਉਹਨੂੰ ਦਿੱਤੀ ਗਈ। ਜੇ ਆਪਾਂ ਇਸ ਤਰ੍ਹਾਂ ਦਾ ਦੇਖ ਲਈਏ, ਜੇ ਮਤਲਬ ਕੁਛ ਨਹੀਂ ਅਜੇ ਕਹਿ ਸਕਦੇ, ਪਰ ਅਸੀਂ ਫਿਰ ਵੀ ਆਸ ਕਰਦੇ ਹਾਂ ਕਿਉਂਕਿ ਸੁਪਰੀਮ ਕੋਰਟ ਬਹੁਤ ਵੱਡੀ ਪਾਵਰ ਹੈ। ਸਾਨੂੰ ਪਰਮਾਤਮਾ ਕਰੇ ਵੀ ਉਹ ਬਿਲਕੁਲ ਸਹੀ ਫੈਸਲਾ ਲਵੇ ਅਤੇ ਉਹਨੂੰ ਇਹ ਬਿੱਲ ਰੱਦ ਕਰਾ ਦੇਣੇ ਚਾਹੀਦੇ ਨੇ। ਬਟ ਕਿਤੇ ਨਾ ਕਿਤੇ ਇਹ ਵੀ ਸ਼ੰਕਾ ਵੀ ਸ਼ਾਇਦ ਕਿਤੇ ਪ੍ਰੈਸ਼ਰ ਅੰਡਰ ਦਾ। ਤੁਹਾਨੂੰ ਇਹ ਨਹੀਂ ਲੱਗਦਾ ਜੀ ਪ੍ਰੈਸ਼ਰ ਜਿਹੜਾ ਹੈ, ਕਿਉਂਕਿ ਜਦੋਂ ਕਿ ਸ਼ਾਂਤਮਈ ਢੰਗ ਨਾਲ ਕਿਸਾਨ ਇੱਥੋਂ ਦਿੱਲੀ ਵੱਲ ਰਹੇ ਸਨ ਤਾਂ ਹਰਿਆਣੇ ਉਹਨਾਂ 'ਤੇ ਕਾਫੀ ਤਸ਼ੱਦਦ ਹੋਇਆ, ਉਸ ਮੁੱਦੇ 'ਤੇ ਸੁਪਰੀਮ ਕੋਰਟ ਨਹੀਂ ਬੋਲੀ, ਪਰ ਹੁਣ ਅੱਜ ਜਦੋਂ ਦਿੱਲੀ ਦੀ ਗੱਲ ਆਈ ਹੈ ਤੇ ਉਦੋਂ ਸੁਪਰੀਮ ਕੋਰਟ ਨੇ ਦਖਲਅੰਦਾਜ਼ੀ ਕੀਤੀ। ਕੀ ਕਹਿਣਾ ਚਾਹੋਗੇ? ਹਾਂ, ਨਹੀਂ, ਇਹਦੇ 'ਚ ਦੋ ਚੀਜ਼ਾਂ ਨੇ। ਦੇਖੋ ਜੀ, ਇੱਕ ਤਾਂ ਬੜਾ ਸਪਸ਼ਟ ਜੀ ਅਤੇ ਬੜੀ ਸਾਫ਼ ਗੱਲ ਹੈ ਵੀ ਲੋਕਾਂ ਨੂੰ ਉੱਥੇ ਆਵਾਜਾਈ ਦੀ ਪ੍ਰੋਬਲਮ ਤਾਂ ਹੈ ਹੀ ਹੈ। ਸਰਕਾਰ ਨਹੀਂ ਸਮਝਣ ਨੂੰ ਤਿਆਰ ਤਾਂ ਵੱਖਰੀ ਗੱਲ ਹੈ, ਪਰ ਸਾਡੇ ਜਿਵੇਂ ਕਹਿੰਦੇ ਵੀ ਕਿਸਾਨਾਂ ਕੋਲ ਹੋਰ ਕੋਈ ਚਾਰਾ ਹੀ ਹੈ ਨਹੀਂ। ਅਸੀਂ ਕੋਈ ਪਬਲਿਕ ਨੂੰ ਤੰਗ ਕਰਕੇ ਰਾਜੀ ਨਹੀਂ। ਹੋ ਸਕਦਾ ਸੁਪਰੀਮ ਕੋਰਟ ਨੇ ਸੋਚਿਆ ਹੋਵੇ ਵੀ ਜਿਹੜੀ ਪਬਲਿਕ ਤੰਗ ਹੋ ਰਹੀ ਹੈ ਵੀ ਉਹਦੇ ਕਰਕੇ ਦਾ ਜਿਹੜਾ ਫੈਸਲਾ ਛੇਤੀ ਕੀਤਾ ਜਾਵੇ। ਪਰ ਜੋ ਮੈਨੂੰ ਫਿਰ ਵੀ ਕਿਤੇ ਨਾ ਕਿਤੇ ਸ਼ੰਕਾ ਹੈ, ਕਿਉਂਕਿ ਸੁਪਰੀਮ ਅਹਿਮਦ ਸ਼ਾਹ ਬਹੁਤ, ਤੁਹਾਨੂੰ ਪਤਾ ਮੋਦੀ ਬਹੁਤ, ਇਹਨਾਂ ਨੇ ਸਾਰਾ CBI ਅਤੇ ਸੁਪਰੀਮ ਕੋਰਟ ਦੇ ਕਈ ਜੱਜ ਆਪਣੇ ਥੱਲੇ ਅੰਦਰ ਕੀਤੇ ਹੋਏ ਨੇ, ਵੀ ਕਿਤੇ ਗਲਤ ਫੈਸਲਾ ਨਾ ਕਰਾ ਦੇਣ, ਹੋਰ ਸਾਨੂੰ ਕੋਈ ਸ਼ੰਕਾ ਨਹੀਂ। ਧੰਨਵਾਦ ਜੀ। ਇਹ ਸਨ ਕਿਸਾਨ ਆਗੂ ਸ਼ਾਹਬਾਜ਼ ਸਿੰਘ ਨਾਗਰਾ, ਜਿਨ੍ਹਾਂ ਨੇ ਕਿਹਾ ਕਿ ਸਾਨੂੰ ਸ਼ੰਕਾ ਵੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਸੁਪਰੀਮ ਕੋਰਟ ਉੱਚ ਅਦਾਲਤ ਹੈ ਤੇ ਉਹ ਕਿਸਾਨਾਂ ਦੀ ਜ਼ਰੂਰ ਸੁਣੇਗੀ। ਅਜੀਤ ਵੈਬ TV ਲਈ ਫਤਿਹਗੜ੍ਹ ਸਾਹਿਬ ਤੋਂ ਜਤਿੰਦਰ ਸਿੰਘ ਰਾਠੌਰ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ Apple TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।